चक्कर, ओए ध्यान से मतलब कि आप बता रहे थे कि चक्कर, ओए ध्यान से चक्कर आने की वजह से जमीन पर लेट गया। लेट गए। हाँ, किसी ने कोई कुछ कहा नहीं है मेरे को। ਮੈਨੂੰ 3 ਮਹੀਨੇ ਹੋ ਗਏ ਜੀ। ਮੈਨੂੰ ਕਾਲਾ ਪੀਲੀਆ ਵਾ, ਲੀਵਰ 'ਚ ਪ੍ਰੋਬਲਮ ਹੈ, ਕੋਈ ਸੁਣਵਾਈ ਨਹੀਂ ਹੈ, ਦਵਾਈ ਵੀ ਨਹੀਂ ਮਿਲਦੀ, ਕਹਿੰਦੇ ਦਵਾਈ ਆਈ ਨਹੀਂ। ਇੱਕ ਦਵਾਈ ਆਈ ਹੈ, ਕਹਿੰਦੇ ਦੂਸਰੀ ਦਵਾਈ ਆਈ ਨਹੀਂ, ਦਵਾਈ ਮਿਲ ਹੀ ਨਹੀਂ ਰਹੀ। ਬਹੁਤ ਕਹਿੰਦਾ ਡਾਕਟਰ ਕਹਿੰਦੇ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੈ। ਮੈਨੂੰ 3 ਮਹੀਨੇ ਹੋ ਗਏ, ਕਦੀ PGI ਭੇਜ ਦਿੰਦੇ ਹੈ, PGI ਵੀ ਜਾ ਕੇ ਆਇਆ, ਆਡੇ ਮਹਿੰਗੇ ਟੈਸਟ ਕਰਵਾਏ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ PGI ਵਾਲਿਆਂ ਨੇ ਵਾਪਸ ਭੇਜਤਾ ਮੈਨੂੰ। ਮੈਂ ਸਵੇਰੇ 7 ਵਜੇ ਆਉਣਾ ਜੀ, ਫਿਰ 11 ਵਜੇ ਤੱਕ 12 ਵਜੇ ਤੱਕ ਖੜਾ ਰਹਿਣਾ ਵਾਂ ਤੇ ਉਸ ਤੋਂ ਬਾਅਦ ਡਾਕਟਰ ਕਹਿੰਦੇ ਦਵਾਈ ਆਈ ਨਹੀਂ ਗੀ ਤੁਹਾਡੀ। ਹਰ ਵਾਰ ਇਹੀ ਕਹਿੰਦੇ ਹਰ ਵਾਰ ਹਾਂਜੀ ਇਹੀ ਕਹਿੰਦੇ, ਡਾਕਟਰ ਦਾ ਇਹੀ ਜਵਾਬ ਹੁੰਦਾ ਕਿ ਦਵਾਈ ਨਹੀਂ ਆਈ। ਹਾਂਜੀ ਹਰ ਵਾਰ ਹੀ। ਤੇ ਇੱਕ ਮੇਰਾ ਫਰੈਂਡ ਵੀ ਹੈ, ਇਹਨੂੰ ਵੀ ਕਾਲਾ ਪੀਲੀਆ ਵਾ ਤੇ ਇਹ ਵੀ ਦਵਾਈ ਲੈ ਰਿਹਾ ਸੀ। ਇਹ 2 ਮਹੀਨੇ ਤੋਂ ਘੁੰਮ ਰਿਹਾ, ਇਹਨੂੰ ਵੀ ਦਵਾਈ ਨਹੀਂ ਮਿਲ ਰਹੀ ਪਈ। ਮੇਰੇ ਘਰੇ ਕੋਈ ਕਮਾਉਣ ਵਾਲਾ ਨਹੀਂ ਹੈਗਾ, ਬਿਮਾਰ ਆ ਮੈਂ, ਕੋਈ ਹੁਣ ਕੰਮ ਤੇ ਵੀ ਨਹੀਂ ਜਾ ਰਿਹਾ, ਇਹ ਘੁੰਮ ਰਿਹਾ, ਕਹਿੰਦੇ ਦਵਾਈ ਨਹੀਂ ਆਈ ਅੱਧਾ ਘੰਟਾ। ਹਸਪਤਾਲ ਬੰਦਾ ਕਿਉਂ ਆਉਂਦਾ ਹੈ ਕਿ ਆਰਥਿਕ ਤੰਗੀ ਕਾਰਨ ਇੱਥੇ ਘੱਟ ਪੈਸੇ 'ਚ ਇਲਾਜ ਹੋਇਆ ਤੇ ਇੱਥੇ ਦਵਾਈ ਉਪਲਬਧ ਨਹੀਂ। ਦਵਾਈ ਵੀ ਨਹੀਂ ਹੈਗੀ ਇੱਥੇ। ਅਸੀਂ ਫੋਨ ਕਰਾਂਗੇ ਫੋਨ ਕੋਈ ਕਰਦਾ ਹੀ ਨਹੀਂ। ਕਿੰਨਾ ਸਮਾਂ ਹੋ ਗਿਆ ਚੱਕਰ ਕੱਟ? 2.5 ਮਹੀਨੇ ਹੋ ਗਏ ਮੈਨੂੰ। ਇੱਥੇ ਆ ਕੇ ਕਿਸੇ ਨੂੰ ਆਪਣੇ ਵੱਡੇ ਅਫਸਰ ਨੂੰ ਗੇੜਾ ਮਾਰਨਾ ਚਾਹੀਦਾ, ਕਿ ਦੇਖਣਾ ਚਾਹੀਦਾ, ਪੁੱਛਣਾ ਚਾਹੀਦਾ ਮਰੀਜ਼ਾਂ ਨੂੰ ਕਿ ਤੁਹਾਨੂੰ ਦਵਾਈ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ, ਕਿਉਂ ਬੈਠੇ ਹੋ, ਕੋਈ ਲੇਟਿਆ ਹੋਇਆ। ਉਹ ਬਿਲਡਿੰਗ 'ਚ ਜਾ ਕੇ ਆਇਆ ਮੈਂ, ਮੁੰਡਾ ਥੱਲੇ ਲੇਟਿਆ ਹੋਇਆ ਜਿੱਥੇ ਕਾਲੇ ਪੀਲੀ ਦਵਾਈ ਲੇਟਿਆ ਹੋਇਆ, ਪਤਾ ਨਹੀਂ ਸੁੱਤਾ ਕਿ ਕੀ ਹੋਇਆ, ਮਰ ਗਿਆ, ਕੋਈ ਪੁੱਛ ਹੀ ਨਹੀਂ ਰਿਹਾ ਉਹਨੂੰ, ਅੱਧੇ ਹੀ ਲੇਟਿਆ ਹੋਇਆ। ਸਿਵਲ ਹਸਪਤਾਲ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਮਰੀਜ਼ ਜਿਹੜੇ ਕਿ ਥੱਕ ਹਾਰ ਤੇ ਆਪਣੀ ਵਾਰੀ ਦੀ ਵੇਟ ਕਰਦੇ ਹੋਏ ਇੱਥੇ ਹੀ ਲਮਲੇਟ ਹੋ ਜਾਂਦੇ ਨੇ। ਜਿਵੇਂ ਇੱਕ ਔਰਤ ਤੁਹਾਨੂੰ ਦਿਖਾਈ ਕਿਸ ਤਰੀਕੇ ਦੇ ਨਾਲ ਜ਼ਮੀਨ ਤੇ ਹੀ ਲੇਟੀ ਹੋਈ ਹੈ, ਜਿਵੇਂ ਨੌਜਵਾਨ ਵੀ ਕਹਿ ਰਹੇ ਨੇ ਕਿ ਦੂਸਰੀ ਬਿਲਡਿੰਗ ਦੇ ਵਿੱਚ ਇੱਕ ਨੌਜਵਾਨ ਮੁੰਡਾ ਜਿਹੜਾ ਕਿ ਜ਼ਮੀਨ ਤੇ ਲੇਟਿਆ ਹੋਇਆ, ਪਤਾ ਨਹੀਂ ਕਿਸ ਕਾਰਨ ਲੇਟਿਆ ਹੋਇਆ, ਪਰ ਕੋਈ ਵੀ ਇੱਥੇ ਪੁੱਛ ਪੜਤਾਲ ਜਿਹੜੀ ਕਿ ਨਹੀਂ ਕੀਤੀ ਜਾਂਦੀ। ਦੇਖ ਸਕਦੇ ਹੋ ਮਰੀਜ਼ ਜਿਹੜੇ ਕਿ ਕਾਫੀ ਬੈਠੇ ਨੇ, ਸਵੇਰ ਤੋਂ ਜਿਹੜੇ ਕਿ ਇੱਥੇ ਬੈਠੇ ਨੇ, ਬਾਰੀ ਨਹੀਂ ਆਉਂਦੀ, ਥੱਕ ਹਾਰ ਕੇ ਜਿਹੜੇ ਕਿ ਇੱਥੇ ਹੀ ਲੰਮੇ ਪੈ ਜਾਂਦੇ ਨੇ। ਔਰਤ ਨੂੰ ਚੱਕਰ ਆਉਂਦੇ ਸੀਗੇ, ਚੱਕਰ ਆਉਣ ਦੇ ਬਾਵਜੂਦ ਜਿਹੜਾ ਕਿ ਔਰਤ ਇੱਥੇ ਲੰਮੇ ਪੈ ਗਈ, ਬਾਰੀ ਨਹੀਂ ਆਈ। ਪੰਜਾਬ ਐਲਨ ਵਿੱਚ ਤਮਾਮ ਦਰਸ਼ਕਾਂ ਦਾ ਸਵਾਗਤ ਤੇ ਮੈਂ ਲਖਵਿੰਦਰ। ਇਸ ਟਾਈਮ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਮੌਜੂਦ ਹਾਂ। ਤੁਹਾਨੂੰ ਪਤਾ ਹੀ ਹੋਣਾ ਹੈ ਕਿ ਸਿਵਲ ਹਸਪਤਾਲ ਜਿਹੜਾ ਕਿ ਸੁਰਖੀਆਂ ਦੇ ਵਿੱਚ ਹਮੇਸ਼ਾ ਛਾਇਆ ਰਹਿੰਦਾ ਹੈ, ਕੋਈ ਨਾ ਕੋਈ ਇੱਥੇ ਜਿਹੜੀ ਕੀ ਘਟਨਾ ਹੁੰਦੀ ਰਹਿੰਦੀ ਹੈ। ਤੇ ਇੱਥੇ ਦੱਸਦੀ ਹੈ ਕਿ ਜਦੋਂ ਮਰੀਜ਼ ਇੱਥੇ ਆਉਂਦੇ ਨੇ, ਦਵਾਈ ਲੈਣ ਆਉਂਦੇ ਨੇ, ਪਰ ਲੰਬੀਆਂ ਕਤਾਰਾਂ ਦੇ ਵਿੱਚ ਖੜ੍ਹਦੇ ਨੇ, ਜਿਸ ਕਾਰਨ ਮਰੀਜ਼ ਕਾਫੀ ਪਰੇਸ਼ਾਨ ਹੁੰਦੇ ਨੇ। ਤੇ ਮੈਂ ਤੁਹਾਨੂੰ ਤੁਹਾਡੀ ਸਕਰੀਨ ਤੇ ਸ਼ਾਰਟਸ ਚੱਲਦੇ ਹੋਣਗੇ, ਇੱਕ ਔਰਤ ਹੈ ਜਿਹੜੀ ਜ਼ਮੀਨ ਤੇ ਹੀ ਲੇਟੀ ਹੋਈ ਹੈ, ਜਿਹੜਾ ਕਿ OPD ਦੇ ਬਾਹਰ ਜ਼ਮੀਨ ਤੇ ਹੀ ਲੇਟੀ ਹੋਈ ਹੈ। ਕੀ ਵਜ੍ਹਾ ਹੈ ਲੇਟਣ ਦਾ, ਗੱਲਬਾਤ ਕਰ ਲੈਂਦੇ ਹਾਂ ਕਿਸ ਤਰੀਕੇ ਦੇ ਨਾਲ ਲੇਟੀ ਹੋਈ ਹੈ। ਮਾਤਾ ਜੀ ਜ਼ਮੀਨ ਤੇ क्यों लेटे हुए हो? वो कुर्सी पे कोई बैठा हुआ था, इस करके ले। ये तबीयत को क्या हुआ आपके? ये शुगर बहुत बढ़ी हुई है। अच्छा, शुगर बढ़ी हुई थी। सुबह के कितने बजे आए हो आप? सुबह के कितने बजे आए हो? तो 11:30। 11:30 बजे के आए हो? अभी तक बारी नहीं आई? नहीं, वहाँ भीड़ बहुत थी, बहुत भीड़ थी। बहुत भीड़ थी। हाँ जी, अब और भी अब पर्ची जमा हो। पर्ची जमा करवाई हुई है? नहीं, उसमें नंबर चाहिए। तो मतलब कि आप बता रहे थे कि चक्कर, ओए ध्यान से बैठो वहाँ पे आप। क्या चक्कर आ रहे हैं आपको? चक्कर आने की वजह से जमीन पर लेट गया? लेट गए। हाँ, किसी ने कोई कुछ कहा नहीं है मेरे को। नहीं, आपको तबीयत खराब थी इसलिए आप जमीन पर हाँ लेट गए? हाँ। जैसे आपकी तबीयत खराब थी, आप जमीन पर लेट के, तो आपको काम पूछने ही नहीं आया कोई भी कि आप क्यों लेटे हो, कैसे लेटे हो, नहीं कि आपको दवाई दे दूं? नहीं कोई स्टाफ नहीं आया, कोई नर्स नहीं आई? नहीं। आप OPD के बाहर, डॉक्टर के OPD के बाहर ही लेटे हुए हो, कोई नहीं आया, कोई नर्स जहाँ से गुजरती हुई? नहीं नहीं पूछा आप? नहीं। हाँ? नहीं तबीयत ज़्यादा खराब है आपकी? नहीं, हम अभी दवाई लेके खा लेंगे। देख सकते हो औरत ਦੇ ਕੋਲੋਂ ਜਿਹੜਾ ਕਿ ਬੋਲਿਆ ਵੀ ਨਹੀਂ ਜਾ ਰਿਹਾ, ਕਿਸ ਤਰੀਕੇ ਦੇ ਨਾਲ ਲੇਟੀ ਹੋਈ ਹੈ। ਇੱਕ ਤੁਹਾਨੂੰ ਮੈਂ ਤਸਵੀਰ ਦਿਖਾ ਦਾਂ, ਡਾਕਟਰ ਦੀ OPD ਦੇ ਬਾਹਰ ਹੀ ਜਿਹੜੀ ਕਿ ਔਰਤ ਲੇਟੀ ਹੋਈ ਹੈ। ਕਾਫੀ ਨਰਸਾਂ ਇੱਥੋਂ ਗੁਜ਼ਰਦੀਆਂ ਹੋਣਗੀਆਂ, ਪਰ
ਹਾਲਾਤ ਇਹ ਨੇ, ਕਿਸੇ ਨੇ ਇਸ ਔਰਤ को ਪੁੱਛਣ ਦੀ ਗੁੰਜਾਇਸ਼ ਨਹੀਂ ਸਮਝੀ, ਕੋਈ ਕਿਸੇ ਡਿਊਟੀ ਨਹੀਂ ਸਮਝੀ। ਕੀ ਵਜ੍ਹਾ ਹੈ ਇਸ ਔਰਤ ਨੂੰ ਜਿਹੜੀ ਕਿ ਇੱਥੇ ਪਈ ਹੋਈ ਹੈ, ਚੱਕਰ ਆ ਰਹੇ ਨੇ, 11:30 ਵਜੇ ਦੀ ਪਈ ਹੋਈ ਹੈ। ਕਹਿੰਦੀ ਕਿ ਲਾਈਨਾਂ ਐਡੀਆਂ ਵੱਡੀਆਂ ਵੱਡੀਆਂ ਸੀ, ਬਾਰੀ ਨਹੀਂ ਆਈ, ਜਿਸ ਕਾਰਨ ਇੱਥੇ ਲੇਟ ਗਈ। ਚੱਕਰ ਆ ਰਹੇ ਸੀਗੇ, ਪਰ ਲੇਟਣ ਤੋਂ ਬਾਵਜੂਦ ਨਰਸਾਂ ਵੀ ਇੱਥੋਂ ਗੁਜ਼ਰਦੀਆਂ ਨੇ, ਡਾਕਟਰ ਵੀ ਨੇ, ਪਰ ਕਿਸੇ ਨੇ ਇੱਥੋਂ ਪੁੱਛਣ ਦੀ ਕੋਈ ਗੁੰਜਾਇਸ਼ ਨਹੀਂ ਸਮਝੀ। ਮੈਡਮ ਮੈਨੂੰ 3 ਮਹੀਨੇ ਹੋ ਗਏ ਜੀ, ਮੈਨੂੰ ਕਾਲਾ ਪੀਲੀਆ ਵਾ, ਲੀਵਰ 'ਚ ਪ੍ਰੋਬਲਮ ਹੈ, ਕੋਈ ਸੁਣਵਾਈ ਨਹੀਂ ਹੈ, ਦਵਾਈ ਵੀ ਨਹੀਂ ਮਿਲਦੀ, ਕਹਿੰਦੇ ਦਵਾਈ ਆਈ ਨਹੀਂ। ਇੱਕ ਦਵਾਈ ਆਈ ਹੈ, ਕਹਿੰਦੇ ਦੂਸਰੀ ਦਵਾਈ ਆਈ ਨਹੀਂ, ਦਵਾਈ ਮਿਲ ਹੀ ਨਹੀਂ ਰਹੀ। ਬਹੁਤ ਕਹਿੰਦਾ ਡਾਕਟਰ ਕਹਿੰਦੇ ਕਿਹੜੇ ਡਾਕਟਰ? 108 ਨੰਬਰ ਵਾਲੇ, ਹਾਂਜੀ ਸੁਖਦੀਪ ਕੌਰ ਮੈਡਮ ਹੈ ਡਾਕਟਰ, ਹਾਂਜੀ। ਉਹ ਕਹਿੰਦੇ ਵੀ ਇੱਕ ਦਵਾਈ ਆਈ ਹੈ, ਦੂਜੀ ਆਈ ਨਹੀਂ। ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੈ, ਮੈਨੂੰ 3 ਮਹੀਨੇ ਹੋ ਗਏ। ਕਦੀ PGI ਭੇਜ ਦਿੰਦੇ ਆ, PGI ਵੀ ਜਾ ਕੇ ਆਇਆ, ਆਡੇ ਮਹਿੰਗੇ ਮਹਿੰਗੇ ਟੈਸਟ ਕਰਵਾਏ, ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ PGI ਵਾਲਿਆਂ ਨੇ ਵਾਪਸ ਭੇਜਤਾ ਮੈਨੂੰ। ਫਿਰ ਹੁਣ ਮੈਂ ਇੱਥੇ ਦੁਬਾਰ ਤੋਂ ਟੈਸਟ ਕਰਵਾਏ ਆ, ਹਾਂਜੀ, ਤੇ ਕਾਲੇ ਪੀਲੀਏ ਦੀ ਦਵਾਈ ਕਹਿੰਦੀ ਆ ਹੀ ਨਹੀਂ ਰਹੇ। ਅੱਜ ਵੀ ਕਰਾ ਕੇ ਆਇਆ ਮੈਂ ਟੈਸਟ। ਸਿਵਲ ਹਸਪਤਾਲ ਮਰੀਜ਼ ਕਿਉਂ ਹੁੰਦਾ ਹੈ ਕਿ ਆਪਣੀ ਆਰਥਿਕ ਤੰਗੀ ਦੇ ਕਾਰਨ ਘੱਟ ਪੈਸਿਆਂ ਨਾਲ ਇਲਾਜ ਹੁੰਦਾ ਹੈ, ਤਾਂ ਇੱਥੇ ਹੁੰਦੇ ਹੋ ਤੁਸੀਂ ਨਾ? ਤਾਂ ਮੈਡਮ ਆਨੇ ਆ, ਹਾਂਜੀ। ਤੇ ਇਹਨਾਂ ਨੇ ਟੈਸਟ ਲਿਖਤੇ, ਬਹੁਤ ਮਹਿੰਗੇ ਮਹਿੰਗੇ ਮੈਂ ਟੈਸਟ ਕਰਵਾਏ ਆ। ਕੋਈ ਟੈਸਟ ਮੇਰਾ 2500 ਦਾ ਹੋਇਆ, ਕੋਈ 2800 ਦਾ ਹੋਇਆ। ਹੁਣ ਇੱਕ ਟੈਸਟ ਕਰਾ ਕੇ ਆਇਆ CD4 ਦਾ, ਉਹ ਟੈਸਟ 1700 ਰੁਪਏ ਦਾ ਹੋਇਆ। ਤੇ ਮੈਨੂੰ ਬਹੁਤ ਜ਼ਿਆਦਾ ਦਿੱਕਤ ਹੈ, ਤੁਰਿਆ ਫਿਰਿਆ ਵੀ ਨਹੀਂ ਜਾਂਦਾ। ਮੇਰੇ ਘਰੇ ਪ੍ਰੋਬਲਮ ਹੈ, ਮੰਮਾ ਕੋ ਉੱਠਿਆ ਨਹੀਂ ਜਾਂਦਾ, ਹਾਂਜੀ। ਫਾਦਰ ਸਾਹਿਬ ਮੇਰੇ ਹੈ ਨਹੀਂ ਗੇ, ਇਸ ਕਰਕੇ ਮੈਂ ਸਿਵਲ ਹਸਪੀਟਲ ਆਨਾ ਵਾਂ। ਕਿੰਨੀ ਉਮਰ ਹੈ ਤੁਹਾਡੀ? ਮੇਰੀ 31 ਸਾਲ ਉਮਰ ਹੈ, ਤੇ 2 ਮਹੀਨੇ ਤੋਂ ਮੈਂ ਕੰਮਕਾਰ ਵੀ ਕੋਈ ਨਹੀਂ ਕਰ ਰਿਹਾ। ਇਸ ਚੱਕਰ ਦੇ ਵਿੱਚ SC ਵੀ ਹੋਇਆ, ਵਧਿਆ ਹੋਇਆ ਜ਼ਿਆਦਾ ਵਾਇਰਲ ਲੋਡ, ਹਾਂਜੀ। ਦਵਾਈ ਲੈਣ ਆਉਂਦੇ ਹੋ, ਕੀ ਕਹਿੰਦੇ? ਲੈਣ ਆਨੇ ਆ ਜੀ, ਦਵਾਈ ਮਿਲਦੀ ਨਹੀਂ ਗੀ। ਦਵਾਈ ਕੀ ਦਿੰਦੇ ਆ ਤੁਹਾਨੂੰ? ਦਵਾਈ ਕੁਛ ਵੀ ਨਹੀਂ ਦੇ ਰਹੇ ਪਏ, ਚੱਕਰ ਕੱਢ ਕੇ ਚੱਲ ਜਾਂਦੇ ਹੋ? ਹਾਂਜੀ। ਕਿੰਨੇ ਵਜੇ ਆਉਂਦੇ ਹੋ? ਮੈਂ ਸਵੇਰੇ 7 ਵਜੇ ਆਨਾ ਜੀ, ਫਿਰ 11 ਵਜੇ ਤੱਕ 12 ਵਜੇ ਤੱਕ ਖੜਾ ਰਹਿਣਾ ਵਾਂ, ਹਾਂਜੀ। ਤੇ ਉਸ ਤੋਂ ਬਾਅਦ ਡਾਕਟਰ ਕਹਿੰਦੇ ਦਵਾਈ ਆਈ ਨਹੀਂ ਗੀ ਤੁਹਾਡੀ। ਹਰ ਵਾਰ ਇਹੀ ਕਹਿੰਦੇ? ਹਰ ਵਾਰ, ਹਾਂਜੀ, ਇਹੀ ਕਹਿੰਦੇ। ਡਾਕਟਰ ਦਾ ਇਹੀ ਜਵਾਬ ਹੁੰਦਾ ਕਿ ਦਵਾਈ ਨਹੀਂ ਹੈ? ਦਵਾਈ ਨਹੀਂ ਆਈ, ਹਾਂਜੀ, ਹਰ ਵਾਰੀ। ਤੁਸੀਂ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਦਵਾਈ ਮੈਨੂੰ ਕੌਣ ਦਊਗਾ? ਜੀ ਮੈਡਮ ਪੁੱਛਿਆ ਸੀਗਾ, ਫਿਰ ਇਹਨਾਂ ਨੇ ਮੈਨੂੰ PGI ਰੈਫਰ ਕਰਤਾ। ਉੱਥੇ ਜਾ ਕੇ ਆਇਆ, ਉੱਥੇ ਟੈਸਟ ਹੋਏ। ਉਸ ਤੋਂ ਬਾਅਦ ਉਹ ਕਹਿੰਦੇ ਤੁਹਾਡੇ ਜਿਹੜੇ ਉੱਥੇ ਨਜ਼ਦੀਕ ਸਿਵਲ ਹਸਪੀਟਲ ਆ, ਉੱਥੋਂ ਮਿਲੂਗੀ ਦਵਾਈ, ਹਾਂਜੀ। ਉਹਨਾਂ ਨੇ ਕਿਹਾ ਕਿ ਤੁਹਾਡੇ ਸਿਵਲ ਹਸਪਤਾਲ ਦੇ ਨਜ਼ਦੀਕ ਦਵਾਈ ਮਿਲ ਜੂਗੀ, ਪਰ ਡਾਕਟਰ ਕਹਿ ਰਿਹਾ ਕਿ ਇੱਥੇ ਦਵਾਈ ਉਪਲਬਧ ਨਹੀਂ ਹੈ। ਉਪਲਬਧ ਨਹੀਂ ਹੈ, ਦਵਾਈ ਆ ਹੀ ਨਹੀਂ ਰਹੀ। ਤੇ ਇੱਕ ਮੇਰਾ ਫਰੈਂਡ ਵੀ ਹੈ, ਤੇ ਇਹਨੂੰ ਵੀ ਕਾਲਾ ਪੀਲੀਆ ਵਾ, ਤੇ ਇਹ ਵੀ ਦਵਾਈ ਲੈ ਰਿਹਾ ਸੀ। ਇਹ 2 ਮਹੀਨੇ ਤੋਂ ਘੁੰਮ ਰਿਹਾ, ਇਹਨੂੰ ਵੀ ਦਵਾਈ ਨਹੀਂ ਮਿਲ ਰਹੀ ਪਈ। ਮੈਨੂੰ ਜੀ ਕਾਲੇ ਪੀਲੇ ਦੀ ਪ੍ਰੋਬਲਮ ਹੈ, ਲੀਵਰ 'ਚ ਵੀ ਦਰਦ ਹੁੰਦਾ ਮੇਰੇ ਬਹੁਤ ਜ਼ਿਆਦਾ, ਇਨਫੈਕਸ਼ਨ ਵੀ ਆ। ਦੇਖੋ ਟੈਸਟ ਸਾਰੇ ਬਾਹਰੋਂ ਕਰਾਏ, ਸਾਰੇ ਬਾਹਰੋਂ ਕਰਾਏ, ਘੱਟੋ ਘੱਟ 10-12 ਹਜ਼ਾਰ ਰੁਪਏ ਲੱਗ ਗਿਆ। ਤੇ ਮੇਰੇ ਘਰੇ ਕੋਈ ਕਮਾਉਣ ਵਾਲਾ ਨਹੀਂ ਹੈਗਾ। ਫਾਦਰ ਸਾਹਿਬ ਮੇਰੇ ਬਜ਼ੁਰਗ ਹੋਏ ਪਏ ਆ, ਮੰਮੀ ਵੀ ਜ਼ਿਆਦਾ ਉਮਰ ਹੋ ਗਈ ਆ, ਘਰੇ ਕੋਈ ਕਮਾਉਣ ਵਾਲਾ ਨਹੀਂ ਹੈਗਾ। ਬਿਮਾਰ ਆ ਮੈਂ, ਕੋਈ ਹੁਣ ਕੰਮ ਤੇ ਵੀ ਨਹੀਂ ਜਾ ਰਿਹਾ, ਕੀ ਘੁੰਮ ਰਿਹਾ। ਕਹਿੰਦੇ ਦਵਾਈ ਨਹੀਂ ਆਈ, ਅੱਧਾ ਕਹਿ ਦਿੰਦੇ। ਸਿਵਲ ਹਸਪਤਾਲ ਬੰਦਾ ਕਿਉਂ ਆਉਂਦਾ ਹੈ ਕਿ ਆਰਥਿਕ ਤੰਗੀ ਕਾਰਨ ਇੱਥੇ ਘੱਟ ਪੈਸੇ 'ਚ ਇਲਾਜ ਹੋਇਆ, ਤੇ ਇੱਥੇ ਦਵਾਈ ਉਪਲਬਧ ਨਹੀਂ ਹੈ? ਦਵਾਈ ਵੀ ਨਹੀਂ ਹੈਗੀ ਇੱਥੇ। ਬਾਅਦ ਜਦੋਂ ਤੁਸੀਂ PGI ਜਿੱਦਾਂ ਕਹਿ ਰਹੇ ਨੇ ਉੱਥੇ ਜਾਂਦੇ, ਉੱਥੇ ਕਹਿ ਰਹੇ ਆ ਕਿ ਦਵਾਈ ਸਿਵਲ ਹਸਪਤਾਲ ਤੋਂ ਉੱਥੋਂ ਦੀ ਇੱਥੇ ਭੇਜ ਦਿੰਦੇ, ਉੱਥੋਂ ਦੀ ਇੱਥੇ ਭੇਜ ਦਿੰਦੇ। ਇੱਥੇ ਹੈ ਨਹੀਂ। ਇੱਥੋਂ ਦੀ ਤੁਹਾਨੂੰ ਕਿ ਮਨਾ ਕਰ ਦਿੰਦੇ ਦਵਾਈ? ਹਾਂ, ਐਦਾਂ ਮਨਾ ਕਰ ਦਿੰਦੇ, ਕਹਿੰਦੇ ਸੀ ਫੋਨ ਕਰਾਂਗੇ, ਫੋਨ ਕੋਈ ਕਰਦਾ ਹੀ ਨਹੀਂ। ਕਿੰਨਾ ਸਮਾਂ ਹੋ ਗਿਆ ਚੱਕਰ ਕੱਢ? 2.5 ਮਹੀਨੇ ਹੋ ਗਏ ਮੈਨੂੰ ਸਿਵਲ ਹਸਪਤਾਲ ਦੇ 2.5 ਮਹੀਨੇ? ਹਾਂਜੀ। ਪਰ ਸਰਕਾਰਾਂ ਦੇ ਵੱਲੋਂ ਕਿਹਾ ਗਿਆ ਕਿ ਸਿਵਲ ਹਸਪਤਾਲ ਜਿਹੜੇ ਕਿ ਗਰੀਬਾਂ ਲਈ ਬਣਿਆ ਹੋਇਆ, ਜਾ ਕੇ ਉਹ ਸਾਰੀਆਂ ਦਵਾਈਆਂ ਉਪਲਬਧ ਇਲਾਜ ਹੋ ਜਾਊਗਾ, ਤੇ ਮਤਲਬ ਫ੍ਰੀ ਕੀ ਇਲਾਜ ਹੋਣਾ। ਬੰਦਾ ਪਹਿਲੇ ਪੈਸੇ ਖਰਚ ਕੇ ਆਂਦਾ ਵਾ, ਟੈਂਪੂ ਦੇ ਪੈਸੇ ਦਿੰਦਾ ਵਾ, 50 ਰੁਪਏ ਆਣ ਜਾਣ ਦੇ। ਤੁਹਾਨੂੰ ਪਤਾ ਕਿੱਥੋਂ ਬੰਦਾ ਕਿੰਨੀ ਦੂਰੋਂ ਆਂਦਾ ਵਾ, ਮਜਬੂਰੀ ਕਰਕੇ ਆਂਦਾ ਵਾ। ਜੇ ਸਾਡੇ ਕੋਲ ਪੈਸੇ ਹੋਣ ਅਸੀਂ ਬਾਹਰੋਂ ਕਰਾ ਲਈਏ। ਉਹੀ ਵੀ ਪੈਸੇ ਕਿਸੇ ਤੋਂ ਫੜ ਕੇ ਟੈਸਟ ਕਰਾਏ ਆ ਸਾਰੇ, ਇੰਨੇ ਵੱਡੇ ਟੈਸਟ। ਇੱਥੇ ਮੈਨੂੰ ਕਿੰਨੀ ਤੁਹਾਡੀ? ਮੇਰੀ 30 ਸਾਲ ਦੀ। ਕੀ ਕਹਿਣਾ ਚਾਹੁੰਦੇ ਹੋ? ਜਿਹੜੇ ਦਰਸ਼ਕ ਦੇਖ ਰਹੇ ਨੇ, ਸਰਕਾਰਾਂ ਦੇਖ ਰਹੀਆਂ ਨੇ, ਸਰਕਾਰਾਂ ਵੱਡੇ ਵੱਡੇ ਵਾਅਦੇ ਕਰਦੀਆਂ ਨੇ, ਨੌਜਵਾਨ ਪੀੜ੍ਹੀ ਬਿਮਾਰ ਹੋ ਰਹੀ ਹੈ। ਪਹਿਲਾਂ ਤਾਂ ਨੌਜਵਾਨ ਜਿਹੜੀ ਕਿ ਨਸ਼ੇ ਦੀ ਦਲਦਲ ਦੇ ਵਿੱਚ ਫਸੀ ਹੋਈ ਹੈ, ਤੇ ਤੁਹਾਡੇ ਵਰਗੇ ਨੌਜਵਾਨ ਬਿਮਾਰ ਆ ਜਿਨ੍ਹਾਂ ਨੂੰ ਦਵਾਈ ਲਈ ਦਵਾਈ ਨਹੀਂ ਮਿਲਦੀ ਪਈ ਸਿਵਲ ਹਸਪਤਾਲ, ਨਹੀਂ ਮਿਲਦੀ ਵੀ। ਕੀ ਕਹਿਣਾ ਚਾਹੁੰਦੇ? ਮੈਂ ਕਹਿੰਦਾ ਜੀ ਕਿ ਇੱਥੇ ਆ ਕੇ ਕਿਸੇ ਨੂੰ ਆਪਣੇ ਵੱਡੇ ਅਫਸਰ ਨੂੰ ਗੇੜਾ ਮਾਰਨਾ ਚਾਹੀਦਾ, ਕਿ ਦੇਖਣਾ ਚਾਹੀਦਾ, ਪੁੱਛਣਾ ਚਾਹੀਦਾ ਮਰੀਜ਼ਾਂ ਨੂੰ ਕਿ ਤੁਹਾਨੂੰ ਦਵਾਈ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ, ਕਿਉਂ ਬੈਠੇ ਹੋ, ਕੋਈ ਲੇਟਿਆ ਹੋਇਆ। ਉਹ ਬਿਲਡਿੰਗ 'ਚ ਜਾ ਕੇ ਆਇਆ ਮੈਂ, ਮੁੰਡਾ ਥੱਲੇ ਲੇਟਿਆ ਹੋਇਆ, ਜਿੱਥੇ ਕਾਲੇ ਪੀਲੀ ਦਵਾਈ ਲੇਟਿਆ ਹੋਇਆ, ਪਤਾ ਨਹੀਂ ਸੁੱਤਾ ਕਿ ਕੀ ਹੋਇਆ, ਮਰ ਗਿਆ।
ਕੋਈ ਪੁੱਛ ਹੀ ਨਹੀਂ ਰਿਹਾ ਉਹਨੂੰ, ਇੱਦਾਂ ਹੀ ਲੇਟਿਆ ਹੈ। ਜਾ ਕੇ ਤੁਸੀਂ ਦੇਖੋ ਤੇ ਜ਼ਮੀਨ ਤੇ ਲੇਟਿਆ ਹੈ। ਔਰਥੋ ਵਾਲੇ ਡਾਕਟਰ ਆਂਦੇ ਹੀ ਨਹੀਂ ਗੇ, ਮੇਰੇ ਮੰਮਾ ਦੇ ਵੀ ਪ੍ਰੋਬਲਮ ਹੈ, ਇਹ ਡਾਕਟਰ ਆਂਦੇ ਹੀ ਨਹੀਂ ਗੇ। ਇਹ ਜਦੋਂ ਵੀ ਆਇਆ ਮੈਂ ਇੱਦਾਂ ਹੀ ਗਿਆ, ਮੰਮਾ ਨੂੰ ਆ ਕੇ ਲੈ ਕੇ ਆਇਆ, ਇੱਦਾਂ ਹੀ ਗਿਆ ਵਾ, ਕੋਈ ਡਾਕਟਰ ਹੀ ਨਹੀਂ ਆਂਦੇ। ਔਰ ਕਿੰਨਾ ਸਮਾਂ ਹੋ ਗਿਆ ਚੱਕਰ ਕੱਟਦੇ ਆ? ਮੈਨੂੰ 2.5 ਮਹੀਨੇ ਹੋ ਗਏ, 2 ਮਹੀਨੇ 'ਚ ਕੋਈ ਦਵਾਈ ਨਹੀਂ ਮਿਲੀ? ਕੋਈ ਦਵਾਈ ਨਹੀਂ ਮਿਲੀ। ਫਿਰ ਕਿਵੇਂ ਤੁਸੀਂ ਆਪਣਾ ਟ੍ਰੀਟਮੈਂਟ ਕਿਵੇਂ ਕਰਵਾ? ਬਾਹਰੋਂ ਲਈ ਸੀ ਦਵਾਈ ਜੀ, ਇੱਥੋਂ ਨਹੀਂ ਮਿਲੀ ਦਵਾਈ। ਬਾਹਰੋਂ ਟੈਂਪਰੇਰੀ ਦਵਾਈ ਲੈ ਕੇ ਸਾਰ ਰਹੇ ਪਏ ਕਾਲੇ ਆ। ਪੀਲੇ ਦੀ ਦਵਾਈ ਲੈਣੀ ਹੈ, ਉਹ ਮਹਿੰਗੀ ਬਹੁਤ ਹੈ। ਕੋਈ ਕਹਿੰਦਾ 6000 ਦੀ ਹੈ, ਕੋਈ ਕਹਿੰਦਾ 7000 ਦੀ ਹੈ। ਹੁਣ ਬਾਹਰੋਂ ਕਿੱਥੋਂ ਲਈਏ ਦਵਾਈ? ਅਸੀਂ ਕਿੱਥੋਂ ਲਈਏ ਦਵਾਈ? ਇੱਥੇ ਮਿਲਣੀ ਹਾਂਜੀ, ਨਹੀਂ ਇੱਥੇ ਮਿਲਣੀ ਦਵਾਈ, ਪਤਾ ਨਹੀਂ ਕਿੱਥੇ ਜਾ ਰਹੀ ਹੈ ਇਹਨਾਂ ਦੀ। ਦੇਖ ਸਕਦੇ ਹੋ ਨੌਜਵਾਨਾਂ ਦੇ ਹਾਲ, ਦੇਖ ਸਕਦੇ ਹੋ ਨੌਜਵਾਨਾਂ ਦੇ ਹਾਲ। ਨੌਜਵਾਨ ਜਿਹੜੇ ਕਿ ਦਵਾਈ ਦੇ ਲਈ ਤਰਸ ਰਹੇ ਨੇ। ਦਵਾਈ ਸਿਵਲ ਹਸਪਤਾਲ ਦੇ ਵਿੱਚ ਲੋਕ ਮਰੀਜ਼ ਕਿਉਂ ਆਉਂਦੇ ਨੇ? ਘੱਟ ਪੈਸੇ ਦੇ ਵਿੱਚ ਇੱਥੇ ਇਲਾਜ ਹੁੰਦਾ ਹੈ, ਕਿਉਂਕਿ ਆਰਥਿਕ ਤੰਗੀ ਦੇ ਕਾਰਨ ਮਰੀਜ਼ ਇੱਥੇ ਆਉਂਦੇ ਨੇ। ਘੱਟ ਪੈਸੇ ਤੇ ਸਾਡਾ ਇਲਾਜ ਹੋ ਜਾਵੇਗਾ। ਕਿਵੇਂ ਜਿਵੇਂ ਕਹਿ ਰਹੇ ਨੇ, ਜਿਵੇਂ ਇਹਨਾਂ ਨੂੰ ਬਿਮਾਰੀ ਹੈ, ਚੱਕਰ ਕੱਟਦੇ ਨੇ, 3 ਮਹੀਨੇ ਤੋਂ ਚੱਕਰ ਕੱਟਦੇ ਰਹੇ ਨੇ, ਪਰ ਡਾਕਟਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਦਵਾਈ ਉਪਲਬਧ ਨਹੀਂ ਹੈਗੀ। ਜਿਹੜਾ ਕਿ ਇਹਨਾਂ ਨੂੰ ਪੀਜੀਆਈ ਰੈਫਰ ਕੀਤਾ ਗਿਆ। ਪੀਜੀਆਈ ਵਾਲੇ ਕਹਿੰਦੇ ਕਿ ਤੁਹਾਡੇ ਨਜ਼ਦੀਕੀ ਸਿਵਲ ਹਸਪਤਾਲ ਤੋਂ ਜਿਹੜੀ ਕਿ ਦਵਾਈ ਮਿਲ ਜਾਵੇਗੀ। ਜਦੋਂ ਇਹ ਡਾਕਟਰ ਦੇ ਨਾਲ ਗੱਲਬਾਤ ਕਰਦੇ ਨੇ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਦਵਾਈ ਜਿਹੜੀ ਕਿ ਉਪਲਬਧ ਨਹੀਂ ਹੈਗੀ। ਸਰਕਾਰਾਂ ਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਸਿਵਲ ਹਸਪਤਾਲ ਜਿਹੜਾ ਕਿ ਗਰੀਬ ਲੋਕਾਂ ਲਈ ਬਣਾਇਆ ਗਿਆ ਹੈ, ਮਰੀਜ਼ਾਂ ਲਈ ਜਿਹੜੇ ਕਿ ਇੱਥੇ ਦਵਾਈ ਲੈਣ ਆਣ, ਆਪਣੇ ਜਿਹੜੀ ਕਿ ਸਰੀਰ ਦਾ ਖਿਆਲ ਰੱਖਣ। ਪਰ ਸਿਵਲ ਹਸਪਤਾਲ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਮਰੀਜ਼ ਜਿਹੜੇ ਕਿ ਥੱਕ ਹਾਰ ਤੇ ਆਪਣੀ ਵਾਰੀ ਦੀ ਵੇਟ ਕਰਦੇ ਹੋਏ ਇੱਥੇ ਹੀ ਲਮਲੇਟ ਹੋ ਜਾਂਦੇ ਨੇ। ਜਿਵੇਂ ਇੱਕ ਔਰਤ ਤੁਹਾਨੂੰ ਦਿਖਾਈ ਕਿਸ ਤਰੀਕੇ ਦੇ ਨਾਲ ਜ਼ਮੀਨ ਤੇ ਹੀ ਲੇਟੀ ਹੋਈ ਹੈ। ਜਿਵੇਂ ਨੌਜਵਾਨ ਵੀ ਕਹਿ ਰਹੇ ਨੇ ਕਿ ਦੂਸਰੀ ਬਿਲਡਿੰਗ ਦੇ ਵਿੱਚ ਇੱਕ ਨੌਜਵਾਨ ਮੁੰਡਾ ਜਿਹੜਾ ਕਿ ਜ਼ਮੀਨ ਤੇ ਲੇਟਿਆ ਹੋਇਆ, ਪਤਾ ਨਹੀਂ ਕਿਸ ਕਾਰਨ ਲੇਟਿਆ ਹੋਇਆ, ਪਰ ਕੋਈ ਵੀ ਇੱਥੇ ਪੁੱਛ ਪੜਤਾਲ ਜਿਹੜੀ ਕਿ ਨਹੀਂ ਕੀਤੀ ਜਾਂਦੀ। ਡਾਕਟਰ ਵੀ ਲੰਘਦੇ ਨੇ, ਆਉਂਦੇ ਨੇ, ਜਾਂਦੇ ਨੇ, ਨਰਸਾਂ ਵੀ ਆਉਂਦੀਆਂ ਜਾਂਦੀਆਂ ਨੇ, ਪਰ ਇੱਥੇ ਲੰਮੇ ਜਿਹੜੀਆਂ ਕਿ ਪਏ ਹੋਏ ਨੇ, ਕੋਈ ਵੀ ਇਹਨਾਂ ਦੇ ਕੋਲੋਂ ਪੁੱਛ ਪੜਤਾਲ ਜਿਹੜੇ ਕਿ ਨਹੀਂ ਕੀਤੀ ਜਾਂਦੀ। ਦੇਖ ਸਕਦੇ ਹੋ ਮਰੀਜ਼ ਜਿਹੜੇ ਕਿ ਕਾਫੀ ਬੈਠੇ ਨੇ, ਸਵੇਰ ਤੋਂ ਜਿਹੜੇ ਕਿ ਇੱਥੇ ਬੈਠੇ ਨੇ, ਬਾਰੀ ਨਹੀਂ ਆਉਂਦੀ, ਥੱਕ ਹਾਰ ਕੇ ਜਿਹੜੇ ਕਿ ਇੱਥੇ ਹੀ ਲੰਮੇ ਪੈ ਜਾਂਦੇ ਨੇ। ਔਰਤ ਨੂੰ ਚੱਕਰ ਆਉਂਦੇ ਸੀਗੇ, ਚੱਕਰ ਆਉਣ ਦੇ ਬਾਵਜੂਦ ਜਿਹੜਾ ਕਿ ਔਰਤ ਇੱਥੇ ਲੰਮੇ ਪੈ ਗਈ, ਬਾਰੀ ਨਹੀਂ ਆਈ। ਨੌਜਵਾਨ ਜਿਹੜੇ ਕਿ ਦਵਾਈ ਲੈਣ ਦੇ ਲਈ ਤਰਸ ਰਹੇ ਨੇ ਤਾਂ ਕਿ ਅਸੀਂ ਸਹੀ ਸਲਾਮਤ ਹੋ ਜਾਈਏ, ਤੰਦਰੁਸਤ ਹੋ ਜਾਈਏ, ਆਪਣੇ ਘਰ ਦਾ ਜਿਹੜਾ ਕਿ ਬਰਡਨ ਆਪਣੇ ਕੰਧਿਆਂ ਤੇ ਚੁੱਕ ਲਈਏ। ਪਰ ਸਿਵਲ ਹਸਪਤਾਲ ਦੇ ਵਿੱਚ ਜਿਹੜੀ ਕਿ ਇਹਨਾਂ ਨੂੰ ਦਵਾਈ ਨਹੀਂ ਮਿਲ ਰਹੀ। ਜਿਵੇਂ ਕਿ ਇਹ ਕਾਲੇ ਪੀਲੇ ਦੀ ਬਿਮਾਰੀ ਤੋਂ ਪੀੜਤ ਨੇ ਨੌਜਵਾਨ ਦੋਨੋਂ, ਜਿਹੜੇ ਕਿ 2.5-3 ਮਹੀਨੇ ਤੋਂ ਲਗਾਤਾਰ ਚੱਕਰ ਕੱਟਦੇ ਨੇ। ਇਹਨਾਂ ਨੂੰ ਪੀਜੀਆਈ ਰੈਫਰ ਕੀਤਾ ਗਿਆ। ਪੀਜੀਆਈ ਵਾਲੇ ਜਿਹੜੇ ਕਿ ਨੌਜਵਾਨ ਕਹਿ ਰਹੇ ਨੇ, ਉਹ ਕਹਿ ਰਹੇ ਨੇ ਕਿ ਤੁਹਾਡੇ ਨਜ਼ਦੀਕੀ ਸਿਵਲ ਹਸਪਤਾਲ 'ਚੋਂ ਦਵਾਈ ਮਿਲ ਜਾਵੇਗੀ, ਪਰ ਇੱਥੇ ਦਵਾਈ ਉਪਲਬਧ ਨਹੀਂ ਹੈਗੀ। ਦਵਾਈ ਦੇ ਲਈ ਨੌਜਵਾਨ ਜਿਹੜੇ ਕਿ ਧੱਕੇ ਖਾ ਰਹੇ ਨੇ, ਰੋਜ਼ ਆਉਂਦੇ ਨੇ, ਪਰ ਰੋਜ਼ ਚੱਕਰ ਲਗਾਉਂਦੇ ਨੇ, ਪਰ ਦਵਾਈ ਜਿਹੜੀ ਕਿ ਇਹਨਾਂ ਨੂੰ ਨਹੀਂ ਮਿਲ ਰਹੀ। ਕਮੈਂਟਾਂ ਦੇ ਵਿੱਚ ਤੁਸੀਂ ਦੱਸੋ ਕਿ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਦਵਾਈ ਜਿਹੜੇ ਕਿ ਨਹੀਂ ਮਿਲ ਰਹੀ। ਨੌਜਵਾਨ ਭਟਕ ਰਹੇ ਨੇ, ਲੋਕ ਆਉਂਦੇ ਨੇ, ਲੰਬੇ ਲੰਬੀਆਂ ਕਤਾਰਾਂ ਲੱਗ ਦਿੰਦੀਆਂ ਤਾਂ ਕਿ ਜਿਹੜੇ ਕਿ ਗਰੀਬ ਵਰਗ ਦੇ ਲੋਕ ਹੁੰਦੇ ਨੇ ਉਹ ਇੱਥੇ ਆਉਂਦੇ ਨੇ ਤਾਂ ਕਿ ਸਾਡਾ ਘੱਟ ਜਿਹੜਾ ਕਿ ਪੈਸੇ ਦੇ ਵਿੱਚ ਇਲਾਜ ਹੋ ਜਾਵੇ, ਪਰ ਇੱਥੇ ਆ ਕੇ ਉਹਨਾਂ ਨੂੰ ਦਵਾਈ ਨਹੀਂ ਮਿਲ ਰਹੀ। ਕੀ ਕਹਿਣਾ ਤੁਹਾਡਾ ਇਸ ਬਾਰੇ? ਪ੍ਰਸ਼ਾਸਨ ਨੂੰ ਕੀ ਕਹਿਣਾ ਹੈ? ਜੇ ਪ੍ਰਸ਼ਾਸਨ ਜਿਹੜੀ ਕਿ ਇਹ ਵੀਡੀਓ ਨੂੰ ਵੱਧ ਤੋਂ ਵੱਧ ਜਿਹੜੇ ਕਿ ਸ਼ੇਅਰ ਕਰੋ ਤਾਂ ਕਿ ਪ੍ਰਸ਼ਾਸਨ ਦੇ ਕੰਨਾਂ ਤੱਕ ਜਿਹੜੀ ਕਿ ਆਵਾਜ਼ ਪਹੁੰਚ ਜਾਵੇ ਕਿ ਲੁਧਿਆਣਾ ਦੇ ਸਿਵਲ ਹਸਪਤਾਲ ਨੌਜਵਾਨ ਕਿਸ ਤਰੀਕੇ ਦੇ ਨਾਲ ਆਪਣੀ ਬਿਮਾਰੀ ਤੋਂ ਪੀੜਤ ਨੇ ਤੇ ਇੱਥੇ ਆਉਂਦੇ ਨੇ ਦਵਾਈ ਦੇ ਲੈਣ ਲਈ, ਪਰ ਚੱਕਰ ਜਿਹੜੇ ਕਿ 3 ਮਹੀਨੇ ਤੋਂ ਲੱਗ ਰਹੇ ਨੇ, ਉਹਨਾਂ ਨੂੰ ਦਵਾਈ ਜਿਹੜੀ ਕਿ ਨਹੀਂ ਮਿਲ ਰਹੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਮੈਨੂੰ ਤੋਂ ਇਜਾਜ਼ਤ। ਦੇਖ ਰਹੇ ਹੋ ਪੰਜਾਬ ਵਾਲੇ, ਕੈਮਰਾਮੈਨ ਸਤਪਾਲ ਦੇ ਨਾਲ ਲਖਵਿੰਦਰ ਦੀ ਰਿਪੋਰਟ।